ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬ ਇਸ ਵੇਲੇ ਦੇ ਵਿੱਚ ਪੰਜਾਬ ਦੀਆਂ ਤਾਜ਼ਾ ਖਬਰਾਂ। ਰੁਕ ਸਭ ਤੋਂ ਪਹਿਲਾਂ ਕਰਾਂਗੇ ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨਗੀ ਦੇ ਉੱਤੇ ਬਣੇ ਹੋਏ ਸਸਪੈਂਸ ਦੇ ਵੱਲ। ਜੀ ਹਾਂ, ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨਗੀ ਦੇ ਉੱਤੇ ਫਿਲਹਾਲ ਤੱਕ ਦੇ ਲਈ ਸਸਪੈਂਸ ਬਰਕਰਾਰ ਹੈ। ਇਸੇ ਸਸਪੈਂਸ ਦੇ ਵਿਚਕਾਰ ਚਰਚਾਵਾਂ ਨੇ ਕਿ ਨਵਜੋਤ ਸਿੰਘ ਸਿੱਧੂ ਦੇ ਨਾਲ 3 ਸਹਿ ਪ੍ਰਧਾਨ ਨਿਯੁਕਤ ਕੀਤੇ ਜਾ ਸਕਦੇ ਨੇ, ਜਿਨ੍ਹਾਂ ਦੇ ਵਿੱਚ ਗੁਰਪ੍ਰੀਤ ਕਾਂਗੜ, ਸੰਗਤ ਸਿੰਘ ਗਿਲਜੀਆਂ ਦੇ ਸਮੇਤ ਵਿਧਾਇਕ ਡੈਨੀ ਦਾ ਵੀ ਨਾਮ ਮੌਜੂਦ ਦੱਸਿਆ ਜਾ ਰਿਹਾ ਹੈ। ਇਹ ਸਹਿ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਨਾਲ ਕੰਮ ਕਰ ਸਕਦੇ ਨੇ ਤੇ ਉਧਰ ਰਾਜਕੁਮਾਰ ਵੇਰਕਾ ਨੂੰ ਵੀ ਕੈਬਨਿਟ ਦੇ ਵਿੱਚ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਉਪ ਮੁੱਖ ਮੰਤਰੀ ਬਣਾਉਣ ਦੇ ਉੱਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਸੂਤਰਾਂ ਦੇ ਹਵਾਲੇ ਨਾਲ ਇਹ ਵੀ ਖਬਰਾਂ ਨੇ ਕਿ ਸੁਨੀਲ ਜਾਖੜ ਨੂੰ ਵੀ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈ। ਸੁਨੀਲ ਜਾਖੜ ਨੂੰ ਚੋਣ ਕਮੇਟੀ ਦੇ ਵਿੱਚ ਚੇਅਰਪਰਸਨ ਦੇ ਵਜੋਂ ਨਿਯੁਕਤ ਕੀਤਾ ਜਾ ਸਕਦਾ ਹੈ। ਪੰਜਾਬ ਦੇ ਵਿੱਚ ਇਸ ਦੀਆਂ ਚਰਚਾਵਾਂ ਜਿਹੜੀਆਂ ਲਗਾਤਾਰ ਸੂਤਰਾਂ ਦੇ ਹਵਾਲੇ ਦੇ ਨਾਲ ਆ ਰਹੀਆਂ ਨੇ। ਹਾਲਾਂਕਿ ਕੱਲ ਇਸ ਚੀਜ਼ ਦੇ ਉੱਤੇ ਲੱਗ ਰਿਹਾ ਸੀ ਕਿ ਕੱਲ ਫੈਸਲਾ ਹੋ ਸਕਦਾ ਸੀ, ਪਰ ਇਹ ਚਰਚਾਵਾਂ ਨੇ ਕਿ ਅੱਜ ਫਾਈਨਲ ਤੌਰ ਦੇ ਉੱਤੇ ਹਾਈਕਮਾਨ ਆਪਣਾ ਫੈਸਲਾ ਸੁਣਾ ਦੇਵੇਗੀ। ਜਿਸ ਫੈਸਲੇ ਨੂੰ ਕੱਲ ਤੋਂ ਰਾਖਵਾਂ ਰੱਖਿਆ ਗਿਆ ਹੈ, ਉਧਰ ਬੀਤੇ ਦਿਨ ਵੀ ਮੀਟਿੰਗਾਂ ਦਾ ਦੌਰ ਲਗਾਤਾਰ ਚੱਲਦਾ ਰਿਹਾ। ਇਸ ਮੀਟਿੰਗਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਪਹਿਲਾਂ ਪਹੁੰਚਦੇ ਨੇ, ਸੋਨੀਆ ਗਾਂਧੀ ਨਾਲ ਮੁਲਾਕਾਤ ਹੁੰਦੀ ਹੈ, ਉੱਥੇ ਹੀ ਹਰੀਸ਼ ਰਾਵਤ ਵੀ ਪਹੁੰਚਦੇ ਨੇ। ਉਧਰ ਚੰਡੀਗੜ੍ਹ ਦੇ ਵਿੱਚ ਵੀ ਮੁਲਾਕਾਤਾਂ ਦਾ ਦੌਰ ਤੇਜ਼ ਹੁੰਦਾ ਹੈ। ਚੰਡੀਗੜ੍ਹ ਦੇ ਵਿੱਚ ਵੀ ਵਿਧਾਇਕ ਸੁਖਜਿੰਦਰ ਰੰਧਾਵਾ ਦੇ ਘਰੇ ਮੀਟਿੰਗਾਂ ਹੁੰਦੀਆਂ ਨੇ। ਇਹਨਾਂ ਮੀਟਿੰਗਾਂ ਦੇ ਵਿੱਚ ਵੀ ਕਈ ਰਾਜਾ ਵੜਿੰਗ ਵਰਗੇ ਆਗੂ ਵੀ ਮੌਜੂਦ ਰਹੇ ਨੇ, ਜਿਨ੍ਹਾਂ ਦੇ ਵਿੱਚ ਕੁਲਵੀਰ ਜੀਰਾ ਵੀ ਮੌਜੂਦ ਸੀ। ਸੋ ਇਸ ਕਰਕੇ ਕੱਲ ਦਾ ਦਿਨ ਕਾਫੀ ਭਖਿਆ ਰਿਹਾ ਹੈ। ਸੋ ਇਸ ਤੋਂ ਲੱਗ ਰਿਹਾ ਹੈ ਕਿ ਅੱਜ ਦੇ ਦਿਨ ਦੇ ਵਿੱਚ ਕੋਈ ਫੈਸਲਾ ਹਾਈਕਮਾਨ ਦੇ ਵੱਲੋਂ ਕੀਤਾ ਜਾ ਸਕਦਾ ਹੈ। ਇਸ ਨੂੰ ਲੈ ਕੇ ਹਰੀਸ਼ ਰਾਵਤ ਜਦੋਂ ਕੱਲ ਦੀ ਬੈਠਕ ਤੋਂ ਵਿੱਚੋਂ ਬਾਹਰ ਆਏ ਸੀ, ਹਰੀਸ਼ ਰਾਵਤ ਨੇ ਕੀ ਕੁਝ ਕਿਹਾ ਉਹ ਸੁਣੋ। जब कोई स्टेट का लीडर मिलता है, उनके बीच में क्या बातचीत हुई वो उसकी जानकारी मुझ तक नहीं है, मुझ तक नहीं है। मैं कांग्रेस प्रेसिडेंट को मोबाइल फेंक अपना नोट सबमिट करने आया था, और जो कांग्रेस प्रेसिडेंट का डिसीजन होगा पंजाब के विषय में, जैसे ही वो डिसीजन मुझको मिल जाएगा तो मैं सीधे आपके पास आऊँगा, आपसे बात। उधर दूजे पासे नवजोत ਸਿੰਘ ਸਿੱਧੂ ਦੀ ਪ੍ਰਧਾਨਗੀ ਦੇ ਉੱਤੇ ਜੇਕਰ ਮੁਹਰ ਲੱਗਦੀ ਹੈ, ਇਸ ਜਿਹੇ ਦੌਰ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਪੱਖ ਦੇ ਵਿੱਚ ਨਾ ਵੇਖੇ ਜਾਣ ਵਾਲੇ ਪੰਜਾਬ ਦੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੂੰ ਇਸ ਸਬੰਧ ਦੇ ਵਿੱਚ ਜਦੋਂ ਸਵਾਲ ਕੀਤਾ ਗਿਆ ਤਾਂ ਰਵਨੀਤ ਬਿੱਟੂ ਦਾ ਕਹਿਣਾ ਸੀ ਕਿ ਉਹਨਾਂ ਦੇ ਘਰ ਦੇ ਵੱਲ ਜੇਕਰ ਜਸ਼ਨ ਮਨਾਏ ਜਾ ਰਹੇ ਨੇ ਤੇ ਜਦੋਂ ਪ੍ਰਧਾਨਗੀ ਦੇ ਲਈ ਕੋਈ ਓਫੀਸ਼ੀਅਲ ਤੌਰ ਦੇ ਉੱਤੇ ਅਨਾਉਂਸਮੈਂਟ ਹੁੰਦੀ ਹੈ ਤਾਂ ਅਸੀਂ ਵੀ ਜਸ਼ਨ ਜ਼ਰੂਰ ਮਨਾ ਲਵਾਂਗੇ। ਇਸ ਸਬੰਧ ਦੇ ਵਿੱਚ ਉਹਨਾਂ ਨੇ ਆਪਣੀ ਰਾਏ ਦਿੱਤੀ ਹੈ ਕਿ ਕੁਝ ਕਿਹਾ ਹੈ ਰਵਨੀਤ ਬਿੱਟੂ ਨੇ, ਸੁਣੋ। ਕੋਈ ਮੀਟਿੰਗ, ਮੈਂ ਤੁਹਾਨੂੰ ਸੱਚੀ ਗੱਲ ਦੱਸਾਂ, ਮੈਂ ਚੰਡੀਗੜ੍ਹ ਹੀ ਸੀ, ਕੋਈ ਕੈਪਟਨ ਅਮਰਿੰਦਰ ਸਿੰਘ ਨੇ ਮੀਟਿੰਗ ਨਹੀਂ ਸੱਦੀ। ਕੱਲ ਜਿਹੜੀ ਮੀਟਿੰਗ ਰਾਤ, ਹਾਂ ਨਵਜੋਤ ਸਿੱਧੂ, ਸੁਖੀ ਰੰਧਾਵਾ, ਉਹ ਜ਼ਰੂਰ ਤੁਹਾਡੇ ਮੈਂ 100% ਤਾਂ ਵੀ ਇਕੱਠੇ ਹੋਏ ਆ, ਪਰ ਕੈਪਟਨ ਅਮਰਿੰਦਰ ਸਿੰਘ ਨੇ ਕੋਈ ਮੀਟਿੰਗ ਨਹੀਂ ਸੱਦੀ। ਜੇਕਰ ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾਇਆ ਜਾਂਦਾ ਕਾਂਗਰਸ ਦਾ, ਤਾਂ ਜਿੰਨੇ ਵੀ ਲੀਡਰ ਹੈਗੇ ਆ ਸਾਰਿਆਂ ਨੂੰ ਮਤਾ ਮਨਜ਼ੂਰ ਹੋਊਗਾ। ਦੇਖੋ, ਆਪਣੀ ਜਿਹੜੀ ਸਾਡੀ ਕਾਂਗਰਸ ਪਾਰਟੀ ਹੈ, ਜਿਹੜੀ ਇਹ ਸਭ ਤੋਂ ਵੱਡੀ ਪਾਰਟੀ ਹੈ, ਪੁਰਾਣੀ ਪਾਰਟੀ ਹੈ, ਤੇ ਕੈਪਟਨ ਅਮਰਿੰਦਰ ਸਿੰਘ ਜਿੱਦਣ ਸੋਨੀਆ ਗਾਂਧੀ ਨੂੰ ਮਿਲ ਕੇ ਆਇਆ, ਘਰੋਂ ਬਾਹਰ ਨਿਕਲੇ, ਉਹਨਾਂ ਨੇ ਕਿਹਾ ਜੋ ਸਾਡੀ ਸੀਪੀ ਜਾਂ ਸਾਡੀ ਕਾਂਗਰਸ ਪ੍ਰੈਜ਼ੀਡੈਂਟ ਫੈਸਲਾ ਕਰੇਗੀ ਅਸੀਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹਾਂ। ਜੋ ਉਹਨਾਂ ਨੇ ਉੱਥੇ ਕਹਿਤਾ ਵੀ ਜੋ ਫੈਸਲਾ ਹੋਊਗਾ ਉਹ ਸਿਰ ਮੱਥੇ। ਇੱਥੇ ਗੱਲ ਬੰਦਿਆਂ ਨਾਲ ਨਹੀਂ ਫਰਕ ਪੈਂਦਾ, ਕੋਈ ਗੱਲ ਪਾਰਟੀ ਦੀ ਆ ਤੇ ਹਾਈ ਕਮਾਂਡ ਦੀ ਆ। ਉਹ ਗਾਂਧੀ ਫੈਮਿਲੀ ਨੇ ਪਰਿਵਾਰਾਂ ਦੇ ਨਾਲ ਆ, ਤੇ ਜੋ ਫੈਸਲਾ ਕਰਨਗੇ ਬਾਕੀ ਅੱਗੇ ਅਗਲੇ ਬੰਦੇ ਤੇ ਆ ਵੀ ਉਹ ਕਿਵੇਂ ਚਲਾਉਂਦਾ ਹੈ। ਪਰ ਜਦੋਂ ਇੱਕ ਵਾਰ ਪਾਰਟੀ ਹਾਈ ਕਮਾਂਡ ਫੈਸਲਾ ਕਰਦੇ ਨੇ, ਉਦੋਂ ਪਹਿਲਾਂ ਅਸੀਂ ਕੁਝ ਕਹਿ ਸਕਦੇ ਹਾਂ, ਪਰ ਜਦੋਂ ਪਾਰਟੀ ਨੇ ਇੱਕ ਵਾਰ ਕਮੇਟੀ ਬਿਠਾਤੀ, ਸਾਡੀਆਂ ਗੱਲਾਂ ਸੁਣ ਲਈਆਂ, ਅਸੀਂ ਉਹਨਾਂ ਨੂੰ ਦੱਸਤੀਆਂ ਜਿਹੜੀਆਂ ਅਸੀਂ ਕਹਿੰਦੇ ਸੀ, ਤੇ ਹੁਣ ਜੇ ਉਦੋਂ ਬਾਅਦ ਜਿਹੜਾ ਪਾਰਟੀ ਫੈਸਲਾ ਕਰਦੀ ਆ, ਫਿਰ ਦੇਖੋ ਨਾ, ਆਪਾਂ ਆਪਣੇ ਮਾਂ-ਬਾਪ ਦੀ ਗੱਲ ਆਪਾਂ ਉਹਨਾਂ ਕੋਲ ਗੱਲ ਰੱਖਦੇ ਹਾਂ। ਜੇ ਉਹ ਉਹਨਾਂ ਤੇ ਆ ਵੀ ਉਹਨਾਂ ਨੂੰ ਗੱਲ ਜਿਹੜੀ ਆਪਣੀ ਚੰਗੀ ਲੱਗੀ ਜਾਂ ਜਿਹੜੀ ਉਹ ਕਰਨਾ ਚਾਹੁੰਦੇ ਉਹ ਚੰਗੀ ਆ। ਹੁਣ ਇਸ ਵੇਲੇ ਜਿਹੜੀ ਬਾਲ ਆ ਉਹਨਾਂ ਦੇ ਹੱਥ 'ਚ ਆ। ਅਸੀਂ ਸਾਰਿਆਂ ਨੇ 200 ਲੀਡਰਾਂ ਤੋਂ ਉੱਤੇ ਤਕਰੀਬਨ ਹਾਈ ਕਮਾਂਡ ਨੇ ਸਾਨੂੰ ਬਾਰ-ਬਾਰ ਸੁਣਿਆ, 200 ਤੋਂ ਉੱਤੇ ਲੀਡਰਾਂ ਨੂੰ, ਕਾਂਗਰਸ ਦਿਆਂ ਨੂੰ। ਹੁਣ ਫੈਸਲਾ ਉਹਨਾਂ ਦੇ ਹੱਥ ਆ, ਜੋ ਫੈਸਲਾ ਕਰਨਗੇ ਉਹ ਸਭ ਨੂੰ ਸਿਰ ਮੱਥੇ ਹੋ। ਬਾਕੀ ਜਿਹੜੀ ਗੱਲ ਆ ਉਹ ਫੈਸਲਾ ਹੋਣ ਤੋਂ ਬਾਅਦ ਦੇਖਾਂਗੇ। ਫਾਈਨਲ ਇਹ ਹੋ ਗਿਆ ਕਿ ਨਵਜੋਤ ਸਿੰਘ ਸਿੱਧੂ ਦੇ ਨਾਮ ਦੇ ਮੋਹਰ ਲੱਗ ਚੁੱਕੀ ਹੈ ਜੀ। ਫੈਸਲਾ ਬਸ ਥੋੜਾ ਸਮਾਂ ਹੀ ਹੈ ਜੀ। ਨਵਜੋਤ ਸਿੰਘ ਸਿੱਧੂ ਦੇ ਘਰੇ ਜਸ਼ਨ ਸ਼ੁਰੂ ਹੋ ਗਏ ਨੇ। ਹੁਣ ਮੈਂ ਤਾਂ ਤੇਰੇ ਮੂਹਰੇ 11 ਵਜੇ ਦਾ ਇੱਥੇ ਬੈਠਾ, ਫਾਈਨਲ ਹੋ ਗਿਆ ਜੀ। ਹਜੇ ਨਾ ਮੈਨੂੰ ਜਸ਼ਨ ਦਾ ਪਤਾ, ਨਾ ਮੈਨੂੰ ਕਿਸੇ ਹੋਰ ਦਾ ਪਤਾ। ਜਦੋਂ ਪਤਾ ਲੱਗ ਜੂਗਾ
ਮੈਂ ਉਦੋਂ ਤੇਰੇ ਨਾਲ ਜਸ਼ਨ ਮਨਾ ਲੂੰਗਾ। ਠੀਕ। ਉਧਰ ਬੀਤੇ ਦਿਨ ਦੇ ਵਿੱਚ ਇਹ ਚਰਚਾਵਾਂ ਸੀ ਕਿ ਰਾਹੁਲ ਗਾਂਧੀ ਅਤੇ ਹਾਈਕਮਾਨ ਦੇ ਉੱਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਸਮੂਹਿਕ ਅਸਤੀਫੇ ਵੀ ਦਿੱਤੇ ਜਾ ਸਕਦੇ ਨੇ ਜੇਕਰ ਵੱਖੋ ਵੱਖਰੇ ਖੇਮਿਆਂ ਦੇ ਅਨੁਸਾਰ ਹਾਈਕਮਾਨ ਦੇ ਵੱਲੋਂ ਫੈਸਲਾ ਨਾ ਲਿਆ ਗਿਆ। ਸੂਤਰਾਂ ਦੇ ਹਵਾਲੇ ਨਾਲ ਖਬਰਾਂ ਸੀ, ਹਾਲਾਂਕਿ ਇਸ ਦੇ ਬਾਰੇ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਹੈ, ਪਰ ਇਸ ਦੇ ਵਿੱਚ ਚਰਚਾਵਾਂ ਦੇ ਵਿਚਕਾਰ ਇੱਕ ਵੱਡਾ ਬਿਆਨ ਦਿੰਦੇ ਨੇ ਤੇ ਉਹ ਬਿਆਨ ਦਿੰਦੇ ਨੇ ਕਾਂਗਰਸ ਦੀ ਹਾਈਕਮਾਨ ਦੇ ਵਿੱਚੋਂ ਵੱਡਾ ਰੁਤਬਾ ਰੱਖਣ ਵਾਲੇ ਰਾਹੁਲ ਗਾਂਧੀ ਦੇ ਵੱਲੋਂ ਇਹ ਬਿਆਨ ਆਉਂਦਾ ਹੈ ਕਿ ਜਿੰਨੇ ਕਾਂਗਰਸ ਛੱਡ ਕੇ ਜਾਣੀ ਉਹ ਜਾ ਸਕਦਾ ਹੈ ਕਿਉਂਕਿ ਹੁਣ ਸਖਤ ਫੈਸਲੇ ਹੋਣਗੇ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜਿਹੜੇ ਸਾਨੂੰ ਛੱਡ ਕੇ ਜਾਣਾ ਚਾਹੁੰਦੇ ਨੇ ਉਹ ਬੀਜੇਪੀ ਆਰਐਸਐਸ ਦੇ ਵਿੱਚ ਜਾ ਸਕਦੇ ਨੇ। ਸੋ ਅਜਿਹੇ ਟਵੀਟ ਤੋਂ ਬਾਅਦ ਇੱਕ ਵੱਖਰੀ ਤਰਥੱਲੀ ਮਚੀ ਕਿ ਆਖਰਕਾਰ ਰਾਹੁਲ ਗਾਂਧੀ ਦੇ ਇਸ ਟਵੀਟ ਦੇ ਪਿੱਛੇ ਮਾਇਨੇ ਕੀ ਨੇ, ਕਿ ਰਾਹੁਲ ਗਾਂਧੀ ਕਿਸ ਤਰ੍ਹਾਂ ਦੀ ਰਾਜਨੀਤੀ ਦੇ ਵਿੱਚ ਪੈਰ ਰੱਖ ਰਹੇ ਨੇ। ਸਿੱਧੇ ਤੌਰ ਦੇ ਉੱਤੇ ਰਾਹੁਲ ਗਾਂਧੀ ਹੁਣ ਅਜਿਹੇ ਆਪਣੇ ਨਾਲ ਦੇ ਲੱਭ ਰਹੇ ਨੇ ਜਿਹੜੇ ਡਟ ਕੇ ਉਹਨਾਂ ਦੇ ਨਾਲ ਖੜ ਸਕਣ ਅਤੇ ਕਿਸੇ ਤਰ੍ਹਾਂ ਦੇ ਰੁੱਸਣ ਮਨਾਉਣ ਦੇ ਸਿਲਸਿਲੇ ਦੇ ਵਿੱਚ ਹੁਣ ਰਾਹੁਲ ਗਾਂਧੀ ਨਜ਼ਰ ਨਹੀਂ ਆ ਰਹੇ। ਉਧਰ ਰਾਹੁਲ ਗਾਂਧੀ ਦੇ ਇਸ ਬਿਆਨ ਦੇ ਉੱਤੇ ਵੀ ਰਵਨੀਤ ਬਿੱਟੂ ਨੇ ਪ੍ਰਤੀਕਰਮ ਦਿੱਤਾ ਹੈ। ਰਾਹੁਲ ਗਾਂਧੀ ਜੀ ਪਹਿਲੇ ਦਿਨ ਤੋਂ ਜਿੱਦਣ 2014 ਚ ਵੀ ਜਦੋਂ ਥੋੜੇ ਬੰਦੇ ਰਹਿ ਗਏ ਸੀ, 2019 ਚ ਵੀ ਸਾਨੂੰ ਉਹਨਾਂ ਨੇ ਪਹਿਲੀ ਗੱਲ ਕਹੀ ਸੀ ਵੀ ਭਾਈ ਜਿਹੜਾ ਰਾਜ ਸੱਤਾ ਦੇ ਮਗਰ ਜਾਂ ਜਿਹਨੂੰ ਅਹੁਦੇ ਚਾਹੀਦੇ ਆ, ਜਿਹੜਾ ਓਪੋਜੀਸ਼ਨ 'ਚ ਨਹੀਂ ਰਹਿ ਸਕਦਾ, ਜਿਹਨੂੰ ਨਹੀਂ ਆਦਤ, ਉਹ ਕੱਲ੍ਹ ਹੀ ਵਿਦਾ ਅੱਜ ਚਲੇ ਜਾਣ। ਉਹੀ ਗੱਲ ਤੇ ਉਹ ਅੱਜ ਕਾਇਮ ਨੇ ਬਈ ਮੈਨੂੰ ਬਿਲਕੁਲ ਕੋਈ ਪਰਵਾਹ ਨਹੀਂ ਗੀ। ਸਿਰਫ ਇਹ ਨਹੀਂ ਗੱਲ ਹੁੰਦੀ ਵੀ ਸੱਤਾ 'ਚ ਰਹਿ ਕੇ ਤੁਸੀਂ ਸੰਘਰਸ਼ ਕਰ ਸਕਦੇ ਹੋ, ਜੇ ਲੋਕਾਂ ਦੀ ਸੇਵਾ ਕਰਨੀ ਓਪੋਜੀਸ਼ਨ 'ਚ ਵੀ ਕਰ ਸਕਦੇ। ਉਹਨਾਂ ਨੇ ਉਹਨਾਂ ਨੂੰ ਕਿਹਾ ਵੀ ਜਿਹੜੇ ਲੋਕ ਨਹੀਂ ਰਹਿ ਸਕਦੇ ਮਿਨਿਸਟਰੀਆਂ ਬਗੈਰ, ਚੀਫ ਮਿਨਿਸਟਰੀਆਂ ਬਗੈਰ, ਅਹੁਦਿਆਂ ਬਗੈਰ, ਉਹ ਕੱਲ੍ਹ ਦੀ ਬਜਾਏ ਅੱਜ ਚਲੇ ਜਾਣ। ਬੀਜੇਪੀ ਤੋਂ ਜਿਹੜੇ ਘਬਰਾਉਂਦੇ ਆ, ਬੀਜੇਪੀ ਦੇ ਮੂਹਰੇ ਹੋ ਕੇ ਟੱਕਰ ਨਹੀਂ ਸਕਦੇ ਮੋਦੀ ਤੇ ਅਮਿਤ ਸ਼ਾਹ ਨੂੰ, ਉਹਨਾਂ ਲਈ ਉਹਨਾਂ ਨੇ ਅੱਜ ਕਿਹਾ ਹੈ। ਬਾਕੀ ਜਿਹੜਾ ਅਸਲੀ ਕਾਂਗਰਸੀ ਆ ਉਹ ਇਸ ਗੱਲ ਤੋਂ ਤਕੜਾ ਹੋ ਕੇ ਵੀ ਹਾਂ ਅਸਲੀ ਵਰਕਰ ਦੀ ਅੱਜ ਗੱਲ ਕੀਤੀ ਆ, ਉਹਨਾਂ ਨੇ ਅੱਜ ਪਛਾਣ ਕੀਤੀ ਆ, ਹੋਰ ਤਕੜਾ ਹੋ ਕੇ ਉਹਨਾਂ ਦੇ ਨਾਲ ਤੇ ਪਾਰਟੀ ਮਗਰ। ਸਿਕਿਉਰਟੀਆਂ ਜਿਹੜੀਆਂ ਇਹ ਬੜਾ ਬੰਦਿਸ਼ ਵਾਲਾ ਕੰਮ ਆ, ਇਹ ਤੋਂ ਤਾਂ ਰੱਬ ਪਰੇ ਹੀ ਰੱਖੇ, ਸਭ ਨੂੰ ਪਰਮਾਤਮਾ ਪਰੇ ਰੱਖੇ। ਗੱਡੀਆਂ 'ਚ ਤਾਂ ਸਾਹ ਘੁੱਟਦਾ ਜਿਹੜੀਆਂ ਬੁਲਟ ਪ੍ਰੂਫ ਆ, ਅਤੇ ਇਸੇ ਕਰਕੇ ਮੈਨੂੰ ਇਸ ਬਾਰੇ ਕੋਈ ਨੌਲੇਜ ਨਹੀਂ, ਮੀਡੀਆ ਨੂੰ ਜ਼ਿਆਦਾ ਪਤਾ ਹੁੰਦੀ ਆ। ਪਰ ਇਹ ਗੱਲ ਜ਼ਰੂਰ ਆ ਵੀ ਜਦੋਂ ਦੇ ਸ਼ਹੀਦ ਆਜ਼ਮ ਸਰਦਾਰ ਬੇਅੰਤ ਸਿੰਘ ਦੇ ਪਰਿਵਾਰ ਹੋਣ ਨਾਤੇ ਇਹ ਜਿਹੜੀਆਂ ਗੱਲਾਂ ਇਹ ਚੱਲਦੀਆਂ ਰਹਿੰਦੀਆਂ। ਇਹ ਹੁਣ ਯੂਜ਼ ਟੂ ਇਸ ਗੱਲਾਂ ਕਰਕੇ ਰੋਜ਼ ਕੋਈ ਚਿੱਠੀ ਕੋਈ ਐਵੇਂ ਕੱਢ ਦਿੰਦਾ ਏ, ਕੋਈ ਐਵੇਂ ਫੜਿਆ ਜਾਂਦਾ ਏ। ਮਤਲਬ ਇਹੋ ਜਿਹੇ ਆਮ ਆਦਮੀ ਲਈ, ਆਮ ਲਈ ਸਰਦਾਰ ਬੇਅੰਤ ਸਿੰਘ ਜੀ ਕਹਿੰਦੇ ਹੁੰਦੇ ਸੀ ਵੀ ਲੜਾਈ ਇਹ ਖਤਮ ਹੋ ਗਈ ਅੱਤਵਾਦ ਦੀ, ਵੀ ਮੇਰੇ ਤੇ ਮੇਰੇ ਪਰਿਵਾਰ ਲਈ ਇਹ ਕਦੇ ਖਤਮ ਨਹੀਂ ਹੋਣੀ, ਇਹ ਤਾਂ ਚੱਲਦੀ ਰਹਿਣੀ ਆ। ਨਾ ਸਾਨੂੰ ਕੋਈ ਇਸ ਦੀ ਪਰਵਾਹ ਹੈ ਧਮਕੀਆਂ ਦੀ, ਨਾ ਐਸੀ ਗੱਲ ਦੀ। ਇਹ ਪਰਮਾਤਮਾ ਤੇ ਆ, ਜਿੱਦਣ ਆ ਜਾਣੀਆਂ। ਉਹ ਸੈਕਟਰੀਏਟ ਦੇ ਅੰਦਰ ਉਹਨਾਂ ਦੀ ਸ਼ਹਾਦਤ ਹੋ ਗਈ, ਜੈਮਰ ਵੀ ਸੀ, ਗੱਡੀਆਂ ਵੀ, ਸਾਰਾ ਕੁਝ ਸੀ। ਇਹ ਤਾਂ ਉਸ ਪਰਮਾਤਮਾ ਤੇ ਛੱਡੋ, ਸਿਕਿਉਰਟੀ ਦਾ ਚੱਲਦਾ ਰਹਿੰਦਾ। ਉਧਰ ਸੁਖਬੀਰ ਸਿੰਘ ਬਾਦਲ ਵੀ ਜਿੱਥੇ ਇੱਕ ਪਾਸੇ ਕਾਂਗਰਸ ਦਾ ਕਲੇਸ਼ ਹੈ, ਤਾਂ ਦੂਜੇ ਪਾਸੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੇ ਵਿੱਚ ਲੱਗੇ ਹੋਏ ਆ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇੱਕ ਹੋਰ ਵੱਡੀ ਪਾਰਟੀ ਨੂੰ ਆਪਣੇ ਨਾਲ ਜੋੜ ਲਿਆ ਗਿਆ। ਪਹਿਲਾਂ ਬੀਤੇ ਦਿਨੀ ਬਸਪਾ ਨੂੰ ਆਪਣੇ ਨਾਲ ਜੋੜਿਆ ਸੀ ਤੇ ਉਸ ਵਕਤ ਵੱਡਾ ਪ੍ਰੋਗਰਾਮ ਉਲੀਕਿਆ ਗਿਆ ਤੇ ਬੀਤੇ ਦਿਨ ਵੀ ਉਹਨਾਂ ਦੇ ਵੱਲੋਂ ਡੀਪੀਆਈ ਦੇ ਨਾਲ ਬੇਸ਼ਰਤਾ ਗੱਠਜੋੜ ਕਰ ਲਿਆ ਗਿਆ ਹੈ। ਕਿਸੇ ਸ਼ਰਤ ਤੋਂ ਬਿਨਾਂ ਇਹ ਗੱਠਜੋੜ ਕੀਤਾ ਗਿਆ। ਇਸ ਗੱਠਜੋੜ ਦੇ ਵਿੱਚ ਡੀਪੀਆਈ ਦੇ ਆਗੂ ਮੌਜੂਦ ਰਹੇ ਨੇ। ਉਹਨਾਂ ਨੇ ਕਿਹਾ ਹੈ ਕਿ ਅਸੀਂ ਬਿਨਾਂ ਕਿਸੇ ਸ਼ਰਤ ਅਕਾਲੀ ਦਲ ਨੂੰ ਆਪਣਾ ਸਮਰਥਨ ਦੇ ਰਹੇ ਹਾਂ ਤੇ ਬਹੁਤ ਮਜ਼ਬੂਤੀ ਦੇ ਨਾਲ 2022 ਦੇ ਵਿੱਚ ਅਕਾਲੀ ਦਲ ਗੱਠਜੋੜ ਸਰਕਾਰ ਬਣਾਏਗਾ। ਪੁਰਸ਼ੋਤਮ ਲਾਲ ਚੱਡਾ ਜੀ ਜਿਨ੍ਹਾਂ ਨੇ ਡੈਮੋਕ੍ਰੈਟਿਕ ਪਾਰਟੀ ਆਫ ਇੰਡੀਆ ਬਣਾਈ, ਕਾਫੀ ਦੇਰ ਦੀ ਗਰੀਬ ਪਰਿਵਾਰਾਂ ਵਿੱਚ ਅੰਦਰ ਜਾ ਕੇ ਉਹਨਾਂ ਮੁਸ਼ਕਲਾਂ ਸੁਣਦੇ ਸੀ ਤੇ ਕਰਦੇ ਸੀ। ਇੱਕ ਵਧੀਆ ਨੇਕ ਇਨਸਾਨ, ਬੜਾ ਵਧੀਆ ਪ੍ਰਭਾਵ ਇਹਨਾਂ ਦਾ ਦੁਆਬੇ 'ਚ ਗਰੀਬ ਜਨਤਾ ਵਿੱਚ ਉਹਨਾਂ ਦੀ ਆਵਾਜ਼ ਬਣੇ, ਮਾਝੇ 'ਚ ਵੀ ਤੇ ਹੋਰ ਜਗ੍ਹਾ 'ਚ, ਤੇ ਖਾਸ ਕਰਕੇ ਵਾਲਮੀਕੀ ਸਮਾਜ ਦੀ ਆਵਾਜ਼ ਬਣ ਕੇ ਬਹੁਤ ਅੱਗੇ ਉਹਨਾਂ ਕਰੇ। ਮੈਨੂੰ ਬੜੀ ਖੁਸ਼ੀ ਹੈ ਕਿ ਉਹਨਾਂ ਨੇ ਆਪਣੀ ਸਾਰੇ ਸਮਰਥਨਾਂ ਨਾਲ, ਸਾਰੀ ਟੀਮ ਨਾਲ ਫੈਸਲਾ ਕੀਤਾ ਕਿ ਅੱਜ ਐਕਟੀ ਪੰਜਾਬ ਵਿੱਚ ਗਰੀਬ ਕਿਸਾਨ ਮਜ਼ਦੂਰ ਦੀ, ਵਪਾਰੀ ਦੀ, ਦੁਕਾਨਦਾਰ ਦੀ ਸਰਕਾਰ ਬਣ ਲੱਗੀ ਹੈ ਕਿ ਇਸ ਕਰਕੇ ਆਪਾਂ ਫੁੱਲ ਸਪੋਰਟ ਅਸੀਂ ਇਸ ਸਰਕਾਰ ਨੂੰ ਦੇਣਾ ਹੈ। ਤੇ ਮੈਨੂੰ ਬੜੀ ਖੁਸ਼ੀ ਹੈ ਤੇ ਮੈਂ ਕਹਿ ਸਕਦਾ ਸਾਨੂੰ ਬਹੁਤ ਵੱਡੀ ਤਾਕਤ ਹੁਣ ਮਿਲ ਜੂਗੀ। ਪਹਿਲੇ ਬੀਐਸਪੀ ਆਉਣ ਨਾਲ ਬਹੁਤ ਵੱਡੀ ਤਾਕਤ ਮਿਲੀ, ਹੁਣ ਡੈਮੋਕ੍ਰੈਟਿਕ ਪਾਰਟੀ ਆਫ ਇੰਡੀਆ ਨੇ ਪੂਰੀ ਸਪੋਰਟ ਨਾਲ ਬਹੁਤ ਮਿਲੂਗੀ। ਤੇ ਮੈਂ ਇੱਕੋ ਹੀ ਪੰਜਾਬੀਆਂ ਨੂੰ ਬੇਨਤੀ ਕਰਨਾ ਹੈ, ਪੰਜਾਬ ਨੂੰ ਬਚਾਉਣਾ ਹੈ ਤੇ ਆਪਣੀ ਸਰਕਾਰ ਬਣਾਈਏ।
ਜੇ ਪੰਜਾਬ ਨੂੰ ਕੱਲਾ ਆਪਣੀ ਸਰਕਾਰ, ਆਪਣੇ ਲੋਕਾਂ ਦੀ ਸਰਕਾਰ ਬਣਾ ਜਾਂਦੀ ਹੈ, ਨਾ ਕੇਜਰੀਵਾਲ ਵਾਲੇ ਨਾ ਸੋਨੀਆ ਗਾਂਧੀ ਆਪਣਾ ਪੰਜਾਬ ਦਾ ਭਲਾ ਸੋਚ ਸਕਦੀ ਹੈ। ਤਾਂ ਇਸ ਕਰਕੇ ਮੈਂ ਉਹਨਾਂ ਦੀ ਜਿਹੜੀ ਟੀਮ ਸਰ ਦਰਸ਼ਨ ਸਿੰਘ ਗਿੱਲ ਪੰਜਾਬ ਪ੍ਰਧਾਨ ਪਾਰਟੀ ਦੇ, ਸੋਹਣ ਲਾਲ ਬੈਂਸ ਜਨਰਲ ਸਕੱਤਰ, ਵਿਜੇ ਭਾਰਤੀ ਪੰਜਾਬ ਪ੍ਰਧਾਨ ਯੂਥ ਵਿੰਗ ਪੰਜਾਬ ਦੇ, ਸੰਜੇ ਗੈਚੰਦ, ਨਰਿੰਦਰ ਸਿੰਘ ਪੱਟੀ, ਸਾਰੇ ਜਿਹੜੇ ਉਹਨਾਂ ਨਾਲ ਆਏ ਤੇ ਬਾਕੀ ਉਹਨਾਂ ਦੇ ਸਾਰੇ ਅਹੁਦੇਦਾਰ ਆਏ ਆ। ਮੈਂ ਉਹਨਾਂ ਨੂੰ ਪੂਰਾ ਧੰਨਵਾਦ ਕਰਦਾ, ਉਹਨਾਂ ਨੂੰ ਜੀ ਆਇਆਂ ਕਹਿਣਾ ਤੇ ਪੂਰਾ ਵਿਸ਼ਵਾਸ ਦਿਵਾਉਣਾ ਹੈ ਪੁਰਸ਼ੋਤਮ ਲਾਲ ਜੀ ਨੂੰ। ਸਰਕਾਰ ਬਣ ਤੇ ਜੋ ਤੁਹਾਡੀ ਭਾਵਨਾ ਸੁਪਨੇ ਹੈ, ਤੁਹਾਡੀ ਆਪਣੀ ਸਰਕਾਰ ਹੋਊਗੀ, ਜੋ ਤੁਹਾਡੇ ਸੁਪਨੇ ਆ ਕੇ ਦੱਸਿਓ, ਅਸੀਂ ਪੂਰੇ ਕਰਾਂਗੇ। ਉਧਰ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਆਪਣੀ ਇੱਕ ਵੱਖਰੀ ਰਣਨੀਤੀ ਉਲੀਕੀ ਗਈ ਹੈ, ਜੋ ਰਣਨੀਤੀ ਪੂਰੇ ਮੁਲਕ ਦੇ ਰਾਜ ਸਭਾ ਅਤੇ ਲੋਕ ਸਭਾ ਮੈਂਬਰਾਂ ਦੇ ਲਈ ਕਾਫੀ ਮਾਇਨੇ ਰੱਖ ਰਹੀ ਹੈ, ਕਿਉਂਕਿ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਹੁਣ ਕਿਸਾਨਾਂ ਦੀਆਂ ਜਥੇਬੰਦੀਆਂ ਦੇ ਵੱਲੋਂ ਸਾਰੇ ਮੈਂਬਰ ਪਾਰਲੀਮੈਂਟਾਂ ਅਤੇ ਰਾਜ ਸਭਾ ਮੈਂਬਰਾਂ ਨੂੰ ਮੈਮੋਰੈਂਡਮ ਦਿੱਤੇ ਜਾਣਗੇ ਕਿ ਤੁਸੀਂ ਸੰਸਦ ਦੇ ਵਿੱਚ ਜਾ ਕੇ ਸਭ ਤੋਂ ਪਹਿਲਾਂ ਕਿਸਾਨਾਂ ਦੀ ਗੱਲ ਕਰਨੀ ਹੈ ਕਿ ਕਿਸਾਨਾਂ ਦਾ ਮਸਲਾ ਹੱਲ ਕਰੋ, ਉਸ ਤੋਂ ਬਾਅਦ ਮੌਨਸੂਨ ਸੈਸ਼ਨ ਨੂੰ ਅੱਗੇ ਵਧਾਇਆ ਜਾਵੇ। ਸੋ ਅਜਿਹਾ ਹੀ ਮੈਮੋਰੈਂਡਮ ਫਤਿਹਗੜ੍ਹ ਸਾਹਿਬ ਦੇ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਨੂੰ ਵੀ ਦਿੱਤਾ ਗਿਆ, ਜਿਸ ਦੇ ਵਿੱਚ ਕਿਸਾਨ ਆਗੂ ਕਾਦੀਆਂ ਯੂਨੀਅਨ ਦੇ ਆਗੂਆਂ ਦੇ ਵੱਲੋਂ ਮੈਮੋਰੈਂਡਮ ਦਿੱਤਾ ਗਿਆ, ਜਿਨ੍ਹਾਂ ਨੇ ਆਪਣੀ ਵੱਖੋ ਵੱਖਰੀਆਂ ਸਫਾਈਆਂ ਵੀ ਦਿੱਤੀਆਂ ਤੇ ਚੋਣ ਲੜਨ ਨੂੰ ਲੈ ਕੇ ਵੀ ਉਹਨਾਂ ਨੇ ਆਪਣਾ ਵੱਖ ਰੱਖਿਆ। ਇਹ ਜਿਹੜੀ ਕਿਸਾਨ ਜਥੇਬੰਦੀਆਂ ਸਾਰੀਆਂ ਨੇ, ਇਹਨਾਂ ਨੇ ਫੈਸਲਾ ਲਿਆ ਹੈਗਾ ਕਿ ਸਾਰੇ ਐਮਪੀਆਂ ਨੂੰ ਮੈਮੋਰੈਂਡਮ ਦਿੱਤੇ ਜਾਣ ਔਰ ਉਹਨਾਂ ਨੂੰ ਕਿਹਾ ਜਾਵੇ ਜ਼ੋਰ ਨਾਲ, ਪੂਰੇ ਜ਼ੋਰ ਨਾਲ ਕਿ ਭਾਈ ਤੁਸੀਂ ਪਾਰਲੀਮੈਂਟ 'ਚ ਸਾਡਾ ਮੁੱਦਾ ਹੁਣ ਸੈਸ਼ਨ ਸ਼ੁਰੂ ਹੋਣਾ ਉਹ ਚੱਕੋ। ਮੈਂ ਇਹਨਾਂ ਨੂੰ ਅੱਜ ਬੇਨਤੀ ਕੀਤੀ ਕਿ ਮੈਂ ਤਾਂ ਪਹਿਲਾਂ ਹੀ ਅੱਜ ਆਪਣੇ ਲੀਡਰ ਨਾਲ ਗੱਲ ਕਰਕੇ ਮੈਂ ਆਪਣੇ ਨਾਂ ਦਾ ਔਰ ਪਾਰਟੀ ਦਾ ਐਡਜੋਰਨਮੈਂਟ ਮੋਸ਼ਨ ਅਸੀਂ ਪਾ ਰਹੇ ਹਾਂ ਕਿ ਪਾਰਲੀਮੈਂਟ ਬਾਅਦ 'ਚ ਚਲਾਇਓ, ਪਹਿਲਾਂ ਕਿਸਾਨਾਂ ਦੇ ਮੁੱਦੇ ਔਰ ਇਹਨਾਂ ਨੂੰ ਕਾਨੂੰਨ ਵਾਪਸ ਲੈਣ ਦੀ ਕਾਰਵਾਈ ਕਰੋ। ਤੇ ਮੈਂ ਤਾਂ ਅੱਜ ਹੀ ਆਪਣਾ ਸਪੀਕਰ ਸਾਹਿਬ ਨੂੰ ਆਪਣੀ ਬੇਨਤੀ ਭੇਜਤੀ ਆ ਔਰ ਬਿਲਕੁਲ ਇਹਨਾਂ ਦੀ ਪੂਰੀ ਲੜਾਈ ਕਰਾਂਗੇ, ਕਾਨੂੰਨ ਵਾਪਸ ਕਰਾਉਣਗੇ। ਸਰ ਕਿਤੇ ਨਾ ਕਿਤੇ ਇਹਨਾਂ ਦਾ ਕਹਿਣਾ ਕਿ ਹੁਣ ਜਿਹੜਾ ਵਾਕਆਊਟ ਨਾ ਕੀਤਾ ਜਾਵੇ ਪਾਰਲੀਮੈਂਟ ਦੇ ਵਿੱਚੋਂ, ਜਿੱਦਾਂ ਪਹਿਲਾਂ ਮੈਂ ਇਹਨਾਂ ਨੂੰ ਬੇਨਤੀ ਕੀਤੀ ਆ। ਹੁਣ ਉਹ ਸੁਖਬੀਰ ਬਾਦਲ ਜੀ ਕਹੀ ਜਾਂਦੇ ਆ, ਮੈਂ ਉੱਥੇ ਬੈਠਾ ਹੋਇਆ ਸੀ, ਫੋਟੋਆਂ ਦਿਖਾ ਦਿੰਨੇ ਆ। ਹੁਣ ਦੇਖੋ ਨਾ, ਜਿਹੜੇ ਆਪ ਪਹਿਲਾਂ ਬੀਜੇਪੀ ਦੇ ਕਾਨੂੰਨਾਂ ਦਾ ਹੱਕ 'ਚ ਬੋਲਦੇ ਸੀ, ਉਹ ਤਾਂ ਇਹਨਾਂ ਲੋਕਾਂ ਦੇ ਪ੍ਰੈਸ਼ਰ 'ਚ ਪਿੱਛੇ ਨੂੰ ਹਟੇ ਆ। ਹੁਣ ਉਹ ਦੂਸਰਿਆਂ ਨੂੰ ਗੱਲਾਂ ਕਰੀ ਜਾਂਦੇ ਆ। ਅਰੇ ਉਹਨਾਂ ਨੂੰ ਕਹੋ ਤੁਸੀਂ ਕਾਨੂੰਨ ਪੜ੍ਹੇ ਨਹੀਂ ਸੀ। ਮੈਡਮ ਤਾਂ ਹਰਸਿਮਰਤ ਜੀ ਬੀਬਾ ਜੀ ਬੈਠੇ ਸੀ ਕੈਬਨਿਟ 'ਚ, ਜਿਹਦੇ 'ਚ ਪਾਸ ਹੋਇਆ ਕਾਨੂੰਨ, ਯੂ ਟਰਨ ਮਾਰਿਆ ਔਰ ਗੱਲਾਂ ਕਰਦੇ ਆ ਹੁਣ ਇੰਨੀਆਂ ਵੱਡੀਆਂ। ਚਲੋ ਮੈਂ ਉਹਨਾਂ ਬਾਰੇ ਕੁਝ ਕਹਿਣਾ ਨਹੀਂ ਚਾਹੁੰਦਾ, ਉਹਨਾਂ ਦਾ ਆਪਣੇ ਵਿਚਾਰ ਨੇ, ਪਰ ਇਸ ਤਰ੍ਹਾਂ ਦਾ ਕੁਝ ਨਹੀਂ ਆ। ਉਹਨਾਂ ਦਾ ਤਾਂ ਸਵਾਲ ਹੀ ਹੈ ਕਿ ਤੁਸੀਂ ਸੁਖਬੀਰ ਬਾਦਲ ਨੇ ਵੀ ਕਿਹਾ ਕਿ ਹਾਂ ਐਡਜਸਟਮੈਂਟ ਜੋ ਮੋਸ਼ਨ ਲਾਵਾਂਗੇ। ਅਰੇ ਉਹ ਸਾਰੇ ਹੀ ਲਾਉਣਗੇ, ਕਿਸਾਨ ਜਥੇਬੰਦੀਆਂ ਨੇ। ਇਹ ਤਾਂ ਵਿਚਾਰੇ ਉੱਥੇ ਬੈਠੇ ਨੇ, ਨਾ ਉੱਥੇ ਕੋਈ ਧੁੱਪ ਛਾਂ ਮੀਂਹ, ਇਹ ਤਾਂ ਵਿਚਾਰੇ ਉੱਥੇ ਦੇਖੋ ਤਾਂ ਸਹੀ ਕਿਵੇਂ ਬੈਠੇ ਆ। ਸਰ ਜਿਹੜੇ ਲੀਡਰ ਨੇ ਰਾਜਨੀਤੀ ਕਰ ਰਹੇ ਨੇ, ਕਿਤੇ ਇਕੱਠੇ ਨਹੀਂ ਹੋ ਪਾ ਰਹੇ ਕਿਸਾਨਾਂ ਦੇ ਮੁੱਦੇ ਤੇ ਵੀ। ਜਿਹੜੇ ਲੀਡਰ ਕੌਣ ਕਹਿੰਦਾ ਜੀ ਸਾਰੇ ਇਕੱਠੇ ਨੇ? ਸਾਰੇ ਅਸੀਂ ਲੋਕ ਇਕੱਠੇ ਆ ਔਰ ਇਹਨਾਂ ਦਾ ਜੋ ਹੁਕਮ ਇਹਨਾਂ ਨੇ ਕੀਤਾ ਹੈਗਾ ਉਹ ਹੁਕਮ ਤੇ ਫੁੱਲ ਚੜਾਵਾਂਗੇ। ਉਧਰ ਆਮ ਆਦਮੀ ਪਾਰਟੀ ਦੀਆਂ ਅੰਮ੍ਰਿਤਸਰ ਦੇ ਵਿੱਚ ਸਰਗਰਮੀਆਂ ਤੇਜ਼ ਨੇ। ਬੀਤੇ ਦਿਨੀ ਆਮ ਆਦਮੀ ਪਾਰਟੀ ਦਾ ਹਿੱਸਾ ਬਣੇ ਸਾਬਕਾ ਆਈਸੀ ਕੁਮਰ ਵਿਜੇ ਪ੍ਰਤਾਪ ਦੇ ਵੱਲੋਂ ਅਕਾਲੀ ਦਲ ਨੂੰ ਲੈ ਕੇ ਤੰਜ ਕੱਸਿਆ ਗਿਆ ਹੈ। ਜਿਸ ਤਰ੍ਹਾਂ ਅਕਾਲੀ ਦਲ ਨੇ 2 ਉਪ ਮੁੱਖ ਮੰਤਰੀ ਬਣਾਉਣ ਦਾ ਐਲਾਨ ਕੀਤਾ ਹੈ, ਇਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਸਾਰੇ ਹੀ ਵਿਧਾਇਕ ਐਮਐਲਏ ਦੇ ਨਾਲ ਮੁੱਖ ਮੰਤਰੀ ਵੀ ਹੋਣਗੇ ਤੇ ਉਪ ਮੁੱਖ ਮੰਤਰੀ ਵੀ ਹੋਣਗੇ। ਇਸ ਗੱਲ ਦਾ ਐਲਾਨ ਉਹਨਾਂ ਨੇ ਕੀਤਾ ਹੈ ਕਿ ਅਜਿਹੀਆਂ ਗੱਲਾਂ ਦੇ ਵਿੱਚ ਕੋਈ ਬਹੁਤਾ ਵਜ਼ਨ ਨਹੀਂ ਹੁੰਦਾ। मंत्री ਅਤੇ उप मुख्यमंत्री ਦੇ ਕੋਲ ਉਨੀਆਂ ਹੀ ਪਾਵਰਾਂ ਹੁੰਦੀਆਂ ਨੇ। जो मंत्री होगा कोई भी या कोई विधायक होगा, हर नागरिक को लगेगा कि वही विधायक है, वही मंत्री है। हम इस तरीके की सोच पैदा करेंगे, इस तरीके का विचार पैदा करेंगे। जैसे आपकी स्पीच में सुनने को मिल रहा है कि डिजिटल प्लेटफॉर्म पे हो गए, लोगों को जो सहूलतें मिलनी चाहिए डिजिटल होनी चाहिए, कोई ऐसा ये हर तरीके का होगा। देखिए डिजिटल भी होगा और मैनुअल भी होगा। जनता को जिस चीज़ की सहूलियत होगी उसी तरीके से करेंगे। आज की ज्वाइनिंग जो हुई है, क्या कहना चाहेंगे इसके बारे में, और कितने लोग हैं जो बड़े आ सकते हैं? आगे देखिए होता है क्या। ठीक है, थैंक यू। मेरा पिछोकड़ जी पिंड पढ़ियार तो ਤੇ ਸਮੁੱਚੀ ਜਿਹੜੀ ਮੇਰੀ ਪਹਿਲਾਂ ਪਿਛੋਕੜ ਆ ਉਹ ਅਕਾਲੀ ਲੀਡਰਸ਼ਿਪ ਨੂੰ ਪਸੰਦ ਕਰਦੀ ਸੀ, ਲੇਕਿਨ ਆਉਣ ਵਾਲਾ ਜਿਹੜੀਆਂ ਹਾਲਾਤ ਚੱਲ ਰਹੇ ਉਸ ਲੀਡਰਸ਼ਿਪ ਨੂੰ ਦੇਖਦਿਆਂ ਹੋਇਆਂ ਮੇਰੇ ਤੋਂ ਰਿਹਾ ਹੀ ਨਹੀਂ ਗਿਆ। ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਨੂੰ ਵੇਖਦਿਆਂ ਹੋਇਆਂ
ਮੈਂ ਆਪਣੇ ਆਪ ਤੋਂ ਬਦਲਾਅ ਲਿਆਉਣਾ ਚਾਹਿਆ। ਕਿਉਂ ਲਾਸਟ ਕੁਐਸਚਨ ਮੇਰਾ, ਕਿੰਨੇ ਲੋਕਾਂ ਨੇ ਜੁਆਇਨਿੰਗ ਕੀਤੀ ਹੈ ਤੇ ਕਹਿ ਰਹੇ ਕਿ 100 ਤੋਂ ਵੱਧ ਲੋਕਾਂ ਨੇ ਜੁਆਇਨਿੰਗ? ਦੇਖੋ ਜੀ 100 ਤਾਂ ਤੁਸੀਂ ਕੈਮਰਾ ਘੁਮਾ ਕੇ ਦੇਖ ਲਓ, 100 ਤਾਂ ਮੇਰੇ ਖਿਆਲ ਨਾਲ ਮੇਰੇ ਲਾਗੇ ਹੀ ਹੋਣਾ, ਬਾਕੀ ਬਾਹਰ ਤੁਸੀਂ ਆਪ ਗਿਣਤੀ ਕਰ ਸਕਦੇ ਹੋ, ਮੈਨੂੰ ਬੋਲਣ ਦੀ ਲੋੜ ਨਹੀਂ ਹੈਗੀ, ਕੈਮਰਾ ਤੁਹਾਡੇ ਕੋਲੇ ਆ। ਤੇ ਕੀ ਲੱਗਦਾ ਕਿ ਨੀਤੀਆਂ ਵਧੀਆ ਸੀ ਕਿ ਤਾਂ ਜੁਆਇਨਿੰਗ ਕੀਤੀ ਜਾ ਰਹੀ ਹੈ? ਬਿਲਕੁਲ ਜੀ, ਸਭ ਤੋਂ ਪਹਿਲਾਂ ਨੀਤੀ ਤੇ ਉਹ ਤੋਂ ਬਾਅਦ ਨੀਤ। ਜੇ ਨੀਤੀ ਠੀਕ ਹੈ, ਨੀਤ ਵੀ ਠੀਕ ਹੈ ਤੇ ਵਿਕਾਸ ਨੂੰ ਕੋਈ ਰੋਕ ਨਹੀਂ ਸਕਦਾ। ਉਧਰ ਨਰੇਗਾ ਮੁਲਾਜ਼ਮਾਂ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਵੱਡੇ ਵਿਕਾਸ ਕਾਰਜਾਂ ਦੇ ਦਾਅਵੇ ਕਰਨ ਦੀਆਂ ਸਾਰੀਆਂ ਖਬਰਾਂ ਦੀ ਪੋਲ ਖੋਲ ਕੇ ਰੱਖ ਦਿੱਤੀ ਗਈ ਹੈ। ਨਰੇਗਾ ਮੁਲਾਜ਼ਮਾਂ ਨੇ ਪ੍ਰਦਰਸ਼ਨ ਦੇ ਦਰਮਿਆਨ ਇਸ ਸੰਬੰਧ ਵਿੱਚ ਇਹ ਗੱਲ ਆਖੀ ਹੈ ਕਿ ਜਿੰਨਾ ਵਿਕਾਸ ਪੰਜਾਬ ਦੇ ਵਿੱਚ ਵਿਖਾਇਆ ਜਾ ਰਿਹਾ ਹੈ, ਇਹ ਵਿਕਾਸ ਜ਼ਿਆਦਾਤਰ ਮਨਰੇਗਾ ਦੇ ਜ਼ਰੀਏ ਕੀਤਾ ਗਿਆ, ਜੋ ਕਿ ਕੇਂਦਰ ਸਰਕਾਰ ਦੀ ਸਕੀਮ ਹੈ। ਇਸ ਕਰਕੇ ਇਸ ਦਾ ਸਿਹਰਾ ਪੰਜਾਬ ਸਰਕਾਰ ਲੈਣਾ ਚਾਹੁੰਦੀ ਹੈ, ਜੋ ਕਿ ਹਰਗਿਜ਼ ਵੀ ਜਾਇਜ਼ ਨਹੀਂ ਹੈ। ਇਸ ਨੂੰ ਲੈ ਕੇ ਉਹਨਾਂ ਤਿੱਖੇ ਸ਼ਬਦ ਨੇ ਜਿਹੜੇ ਵਰਤੇ ਨੇ ਪੰਜਾਬ ਸਰਕਾਰ ਦੇ ਲਈ ਅਤੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਹੈ। ਜੇ ਅੱਜ ਦੀ ਡੇਟ ਦੇ ਵਿੱਚ ਲਾਈਏ ਤਾਂ ਜਿਹੜੀ ਪੰਜਾਬ ਦੇ ਪਿੰਡਾਂ ਦੇ ਵਿੱਚ ਜਿਹੜਾ ਵਿਕਾਸ ਹੋਇਆ, ਜਿੰਨਾ ਵੀ ਅੱਜ ਜਿਹੜੇ ਵੋਟਾਂ ਦੇ ਨੇੜੇ ਆ ਕੇ ਸਰਕਾਰਾਂ ਦਿਖਾ ਰਹੀਆਂ, ਪਿੰਡਾਂ ਦੇ ਸਰਪੰਚਾਂ ਨੂੰ ਔਰ ਲੋਕਾਂ ਨੂੰ ਇਕੱਠੇ ਕਰਕੇ ਉਹ ਜਿਹੜਾ ਵੀ ਵਿਕਾਸ ਆ, ਉਹ ਲਗਭਗ 90% ਵਿਕਾਸ ਆ ਜਿਹੜਾ ਉਹ ਮਨਰੇਗਾ ਦੇ ਵਿੱਚ ਹੋਇਆ, ਜਿਹੜੀ ਸੈਂਟਰ ਦੀ ਸਕੀਮ ਆ। ਸੋ ਜੇ ਆਪਾਂ ਮੰਤਰੀਆਂ ਦੀ ਗੱਲ ਕਰੀਏ, ਉਹ ਵੋਟਾਂ ਨੂੰ ਇਕੱਠਾ ਕਰਨ ਦੇ ਮਾਰੇ, ਵੋਟਾਂ ਬਟੋਰਨ ਦੇ ਮਾਰੇ ਪਿੰਡਾਂ ਦੇ ਵਿੱਚ ਇਹ ਪ੍ਰਚਾਰ ਕਰ ਰਹੇ ਆ ਵੀ ਅਸੀਂ ਪਿੰਡਾਂ ਦਾ ਵਿਕਾਸ ਕਰਾਇਆ, ਪਰ ਜੇ ਉਹ ਜਿਹੜਾ ਫੰਡ ਆ, ਜੇ ਉਹ ਜਿਹੜਾ ਪਿੰਡਾਂ ਦਾ ਵਿਕਾਸ ਹੋਇਆ ਉਹ ਮਨਰੇਗਾ ਦੇ ਵਿੱਚ ਇਹ ਜਿਹੜੇ ਕੱਚੇ ਮੁਲਾਜ਼ਮਾਂ ਕੰਮ ਕਰ ਰਹੇ ਆ ਉਹਨਾਂ ਨੇ ਕਰਵਾਇਆ। ਸੋ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਵੀ ਜਿਹੜਾ ਮਨਰੇਗਾ ਦੇ ਕੱਚੇ ਮੁਲਾਜ਼ਮਾਂ 10-12 ਸਾਲਾਂ ਤੋਂ ਕੰਮ ਕਰ ਰਹੇ ਆ ਉਹਨਾਂ ਨੂੰ ਰੈਗੂਲਰ ਕਰਿਆ ਜਾਵੇ, ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਿੰਡ ਵਿੱਚ ਜਾ ਕੇ ਤੁਹਾਡਾ ਜਿਹੜਾ ਭਾਂਡਾ ਇਹ ਫੋੜਿਆ ਜਾਊਗਾ। ਕਿਸ ਤਰ੍ਹਾਂ ਤੁਸੀਂ ਲੋਕਾਂ ਨੂੰ ਮੂਰਖ ਬਣਾ ਰਹੇ ਆ। ਜਿਹੜੀ ਨਰੇਗਾ ਸਕੀਮ ਦੇ ਵਿੱਚ ਜਿਹੜਾ ਇਹ ਲੋਕਾਂ ਨੇ, ਇਹ ਕੱਚੇ ਮੁਲਾਜ਼ਮਾਂ ਨੇ ਵਿਕਾਸ ਕਰਾਇਆ, ਉਹਦਾ ਜਿਹੜਾ ਸਾਰਾ ਹੀ ਕ੍ਰੈਡਿਟ ਆ ਤੁਸੀਂ ਆਪ ਲੈਣਾ ਚਾਹੁੰਦੇ ਆ। ਸੋ ਜੇਕਰ ਸਰਕਾਰ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਹ ਮਨਰੇਗਾ ਮੁਲਾਜ਼ਮਾਂ ਨੂੰ ਪੱਕੇ ਨਾ ਕਰਿਆ ਤਾਂ ਅਸੀਂ ਇਲੈਕਸ਼ਨ ਤੋਂ ਪਹਿਲਾਂ ਪਿੰਡ ਜਾ ਕੇ ਇਹਨਾਂ ਦਾ ਭਾਂਡਾ ਜਿਹੜਾ ਫੋੜੂਗੇ ਕਿ ਕਿਸ ਤਰ੍ਹਾਂ ਇਹ ਲੋਕਾਂ ਨੂੰ ਮੂਰਖ ਬਣਾ ਰਹੇ ਆ। ਨਰੇਗਾ ਸਕੀਮ ਜਿਹੜੀ ਸੈਂਟਰ ਦੀ ਸਕੀਮ ਤੋਂ ਪੈਸਾ ਆਇਆ, ਉਹਦੇ 'ਚ ਚਾਹੇ ਖੇਡ ਗਰਾਊਂਡ ਬਣਾਏ ਆ, ਚਾਹੇ ਗਲੀਆਂ ਨਾਲੀਆਂ ਪੱਕੀਆਂ ਕਰੀਆਂ, ਚਾਹੇ ਸੀਵਰੇਜ ਦਾ ਕੰਮ ਹੋਇਆ, ਚਾਹੇ ਦਰਖਤ ਲਗਾਉਣ ਦਾ ਕੰਮ ਹੋਇਆ, ਚਾਹੇ ਉਹ ਗਲੀਆਂ ਨਾਲੀਆਂ ਬਣੀਆਂ, ਚਾਹੇ ਉਹ ਪੰਚਾਇਤ ਘਰਾਂ ਜਿਹੜੇ ਬਣੇ ਆ ਉਹ ਨਰੇਗਾ ਦੇ ਵਿੱਚ ਹੀ ਬਣਾਏ ਗਏ ਆ। ਉਧਰ 6ਵੇਂ ਪੇ ਕਮਿਸ਼ਨ ਦੇ ਖਿਲਾਫ ਡਾਕਟਰਾਂ ਦੇ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ 6ਵੇਂ ਪੇ ਕਮਿਸ਼ਨ ਦੇ ਵਿੱਚ ਡਾਕਟਰਾਂ ਦੀ NPA ਘਟਾਈ ਜਾਣ ਤੋਂ ਬਾਅਦ ਡਾਕਟਰ ਪ੍ਰਦਰਸ਼ਨ ਦੇ ਉੱਤੇ ਨੇ। ਰੂਪਨਗਰ ਦੇ ਵਿੱਚ ਵੀ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਪ੍ਰਦਰਸ਼ਨ ਤੇ ਬੈਠੇ ਡਾਕਟਰ ਹਾਲਾਂਕਿ ਹੜਤਾਲ ਦੇ ਉੱਤੇ ਨੇ, ਪਰ ਮਰੀਜ਼ਾਂ ਨੂੰ ਸਾਂਭਣਾ ਉਹਨਾਂ ਦਾ ਇੱਕ ਸਮਾਜਿਕ ਤੌਰ ਦੇ ਉੱਤੇ ਕਰਤੱਵ ਬਣਦਾ। ਇਸ ਨੂੰ ਲੈ ਕੇ ਉਹ ਵਿਹੜੇ ਦੇ ਵਿੱਚ ਬੈਠ ਕੇ ਹੀ ਮਰੀਜ਼ਾਂ ਦੀ ਦੇਖਭਾਲ ਕਰ ਰਹੇ ਨੇ ਤੇ ਸਰਕਾਰ ਦੇ ਖਿਲਾਫ ਵੀ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਸਰ ਜਿਵੇਂ ਕਿ ਤੁਹਾਨੂੰ ਪਤਾ ਕਿ ਹੁਣ ਪੈਰਲਲ ਓਪੀਡੀ ਸ਼ੁਰੂ ਕੀਤੀ ਹੈ, ਬਟ ਸਾਡਾ ਪ੍ਰੋਟੈਸਟ ਕੰਟੀਨਿਊ ਚੱਲ ਰਿਹਾ ਤੇ ਪੈਰਲਲ ਓਪੀਡੀ 'ਚ ਆਪਾਂ ਕੱਲ ਵੀ ਪੌਣੇ 200 ਦੇ ਕਰੀਬ ਮਰੀਜ਼ ਦੇਖ ਲਿਆ ਸੀਗਾ। ਬਟ ਹਾਲਾਂਕਿ ਜਿਵੇਂ ਲੋਕਾਂ ਨੂੰ ਪਹਿਲੇ ਸੀਗਾ ਕਿ ਸਟ੍ਰਾਈਕ ਹੈਗੀ ਆ ਤੇ ਮਰੀਜ਼ ਨਹੀਂ ਦੇਖ ਰਹੇ, ਤਾਂ ਕੱਲ ਰਿਸਪੌਂਸ ਥੋੜਾ ਘੱਟ ਸੀਗਾ। ਬਟ ਕੱਲ ਮਰੀਜ਼ ਦੇਖਣ ਨਾਲ ਇਹ ਹੋਇਆ ਕਿ ਅੱਜ ਹਜੇ ਅਸੀਂ ਸ਼ੁਰੂ ਕੀਤਾ ਤੇ ਤਕਰੀਬਨ 100 ਤੋਂ ਉੱਪਰ ਅਸੀਂ ਮਰੀਜ਼ ਦੇਖ ਚੁੱਕੇ ਹਾਂ। ਤਾਂ ਲੋਕਾਂ ਨੂੰ ਹੁਣ ਇਹ ਪਤਾ ਲੱਗਣਾ ਸ਼ੁਰੂ ਹੋ ਗਿਆ ਕਿ ਪੈਰਲਲ ਓਪੀਡੀ ਚੱਲਣੀ ਸ਼ੁਰੂ ਹੋ ਗਈ ਆ। ਹੜਤਾਲ ਆਪਣੀ ਜਗ੍ਹਾ ਚੱਲ ਰਹੀ ਹੈ, ਬਟ ਲੋਕਾਂ ਨੂੰ ਜਿਹੜੀ ਓਪੀਡੀ ਦੀ ਸਹੂਲਤ ਆ ਉਹ ਮਿਲਣੀ ਸ਼ੁਰੂ ਹੋ ਗਈ ਹੈ। ਸੋ ਲੋਕੀ ਹੁਣ ਮਤਲਬ ਰਿਸਪੌਂਸ ਲੋਕਾਂ ਦਾ ਠੀਕ ਆਉਣਾ ਸ਼ੁਰੂ ਹੋ ਗਿਆ। ਜਥੇਬੰਦੀ ਦਾ ਸਰ ਫੈਸਲਾ ਤਾਂ ਉਹੀ ਹੈ ਕਿ ਹੜਤਾਲ ਉਨੀ ਦੇਰ ਤੱਕ ਚੱਲੇਗੀ ਜਿੰਨੀ ਦੇਰ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਜਿਹੜਾ NPA ਹੈ 20 ਜਿਹੜਾ ਕੀਤਾ 25 ਤੋਂ 20% ਕੀਤਾ, ਉਹਨੂੰ ਦੁਬਾਰਾ 25 ਰਾਦਰ ਅਸੀਂ ਤਾਂ 33% ਮੰਗਦੇ ਸੀ, ਤਾਂ ਉਹਨੂੰ ਪਹਿਲਾਂ ਵਾਂਗੂ ਬੇਸਿਕ ਦਾ ਹਿੱਸਾ ਬਣਾਓ ਔਰ ਜਿਹੜਾ ਡੀਲਿੰਗ ਕੀਤਾ ਉਹਨੂੰ ਦੁਬਾਰਾ ਲਿੰਕ ਕੀਤਾ ਜਾਵੇ। ਸੋ ਜਿੰਨੀ ਦੇਰ ਤੱਕ ਇਹ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਤਾਂ ਸਾਡੀਆਂ ਜਿਹੜੀਆਂ ਹੜਤਾਲ ਵਾਲੀਆਂ ਸਾਰੀਆਂ ਚੱਲਦੀਆਂ ਰਹਿਣਗੀਆਂ ਚੀਜ਼ਾਂ ਇਹ। ਉਧਰ ਬੀਤੇ ਦਿਨੀ ਸ਼੍ਰੀ ਹਰਿਮੰਦਰ ਸਾਹਿਬ ਦੇ ਵਿੱਚ ਪਾਰਕਿੰਗ ਬਣਾਏ ਜਾਣ ਦੇ ਸਮੇਂ ਜੋ ਖੁਦਾਈ ਕੀਤੀ ਜਾ ਰਹੀ ਸੀ, ਉਸ ਖੁਦਾਈ ਦੇ ਵਿੱਚੋਂ ਕੁਝ ਪੁਰਾਤਨ ਇਮਾਰਤਾਂ ਥੱਲਿਓਂ ਨਿਕਲੀਆਂ ਨੇ, ਜਿਸ ਇਮਾਰਤਾਂ ਨੂੰ ਲੈ ਕੇ ਲਗਾਤਾਰ ਵਿਵਾਦਤ ਰੂਪ ਬਣਦਾ ਜਾ ਰਿਹਾ ਹੈ। ਇਸ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਇਸ ਸਬੰਧ ਦੇ ਵਿੱਚ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਜੇਕਰ ਇਹ ਇਮਾਰਤਾਂ ਇਤਿਹਾਸਕ ਨਿਕਲੀਆਂ ਤਾਂ ਇਹਨਾਂ ਨੂੰ ਸਾਂਭਿਆ ਤੇ ਸੰਭਾਲਿਆ ਜਾਏਗਾ ਤੇ ਇਸ ਦੀ ਪੂਰੀ ਸਾਂਭ ਸੰਭਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਕੀਤੀ ਜਾਏਗੀ। ਸ਼੍ਰੀ ਗੁਰੂ ਰਾਮਦਾਸ ਸਾਰਾ ਕੰਪਲੈਕਸ ਜਿਹੜਾ ਹੈ ਵੱਡਾ ਸ਼ਹਿਰ ਹੈ ਸ਼੍ਰੀ ਅੰਮ੍ਰਿਤਸਰ ਸਾਹਿਬ, ਔਰ ਇਹ ਜਿਉਂ-ਜਿਉਂ ਵਾਸਟ ਹੋਏਗਾ ਤਿਉਂ ਤੋਂ ਜਦੋਂ ਕਈ ਵਾਰੀ ਕੋਈ ਖੋਦਦੇ ਆ ਚੀਜ਼ ਤੇ ਥੱਲਿਓਂ ਕੋਈ ਬਿਲਡਿੰਗਸ ਨਿਕਲਦੀਆਂ। ਇਹ ਪੁਰਾਣੀਆਂ ਬਿਲਡਿੰਗਸ ਜਿਹੜੀਆਂ ਜਦੋਂ ਸੜਕਾਂ ਬਣੀਆਂ ਉਹਦੇ ਥੱਲੇ ਆ ਗਈਆਂ, ਜਦੋਂ ਕੋਈ ਵਿਹੜੇ ਬਣੇ ਉਹਦੇ ਥੱਲੇ ਆ ਗਈਆਂ। ਉਹ ਜਦੋਂ ਖੋਦ ਰਹੇ ਸਾਂ ਤੇ ਇੱਕ ਬਿਲਡਿੰਗ ਥੱਲੇ ਨਿਕਲੀ ਹੈ, ਪਰ ਉਹ ਬਿਲਡਿੰਗ ਦੇਖਦਿਆਂ ਸਾਰੀ ਅਸੀਂ ਉੱਥੋਂ ਕੰਮ ਬੰਦ ਕਰਕੇ ਦੂਜੇ ਪਾਸੇ ਕੰਮ ਸ਼ੁਰੂ ਰੱਖਿਆ ਤੇ ਨਾਲ ਹੀ ਅਸੀਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਕਿਹਾ ਕਿ ਜਿਹੜਾ ਆਰਕੋਲੋਜੀ ਡਿਪਾਰਟਮੈਂਟ ਹੈ ਉੱਥੋਂ ਕੋਈ ਆਰਕਾਈਵਸ ਐਕਸਪਰਟ ਜਿਹੜੇ ਬੁਲਾਏ ਜਾਣ ਔਰ ਇਸ ਬਿਲਡਿੰਗ ਦੀ ਪੂਰੀ ਪੜਤਾਲ ਕੀਤੀ ਜਾਵੇ ਕਿ ਇਹ ਬਿਲਡਿੰਗ ਕੀ ਹੈ,
ਕਿ ਇਹ ਕਿਸੇ ਦਾ ਘਰ ਸੀ, ਕੋਈ ਇਹ ਲਾਂਘਾ ਹੈ ਜਾਂ ਕੀ ਬਣਿਆ ਹੋਇਆ, ਕਿਉਂਕਿ ਪੁਰਾਣੇ ਸਮੇਂ 'ਚ ਜਿਹੜੇ ਡਾਟਾ ਲੱਗ ਕੇ ਸਾਰੇ ਦਰਵਾਜ਼ੇ ਬੰਦੇ ਸੀ, ਉਸੇ ਤਰ੍ਹਾਂ ਦੀ ਸ਼ੇਪ ਦੀ ਉਹ ਬਿਲਡਿੰਗ ਬਣੀ ਹੋਈ ਹੈ। ਹੁਣ ਕਿਉਂਕਿ ਅਸੀਂ ਵੀ ਐਕਸਪਰਟਸ ਜਿਹੜੇ ਮੰਗਾਏ ਆ, ਹਿਸਟੋਰੀਅਨ ਵੀ ਮੰਗਾਏ ਲਏ ਆ, ਔਰ ਜਿਨ੍ਹਾਂ ਨੇ ਰਿਸਰਚ ਕੀਤੀ ਹੋਈ ਹੈ ਸ੍ਰੀ ਹਰਿਮੰਦਰ ਸਾਹਿਬ ਦੇ ਉੱਤੇ, ਸ੍ਰੀ ਦਰਬਾਰ ਸਾਹਿਬ ਦੇ ਉੱਤੇ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਉੱਤੇ, ਉਹ ਸਾਰੇ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚੋਂ ਜਿੱਦਾਂ ਡਾਕਟਰ ਰਾਵਲ ਜੀ, ਦੂਸਰੇ ਜਿਨ੍ਹਾਂ ਨੇ ਇੱਥੋਂ ਸਾਰੀ ਰਿਸਰਚ ਕੀਤੀ ਹੈ, ਉਹਨਾਂ ਨੂੰ ਵੀ ਬੁਲਾ ਲਿਆ ਹੈ ਕਿ ਤੁਸੀਂ ਇਹਦਾ ਸਾਰੀ ਪੜਤਾਲ ਕਰੋ ਕਿ ਇਹ ਬਿਲਡਿੰਗ ਆਇਆ ਕੋਈ ਗੁਰੂ ਰਾਮਦਾਸ ਦੇ ਇਸ ਪਵਿੱਤਰ ਅਦਾਰੇ ਨਾਲ ਸੰਬੰਧਿਤ ਹੈ ਕਿ ਇਹ ਸਧਾਰਨ ਕੋਈ ਘਰ ਬਣੇ ਹੋਏ ਹੈ ਜਾਂ ਕੋਈ ਪਹਿਲੀ ਪੁਰਾਣੀ ਬਿਲਡਿੰਗ ਬਣੀ ਹੋਈ ਹੈ। ਜੇ ਕੋਈ ਐਸੀ ਸਾਡੀ ਕੋਈ ਹਿਸਟੋਰੀਅਨ ਗੱਲ ਕਰਦੇ ਹੈ, ਅਸੀਂ ਇਹਨੂੰ ਪੂਰੀ ਪ੍ਰੀਜ਼ਰਵ ਕਰਾਂਗੇ, ਪੂਰੇ ਮੇਨਟੇਨ ਕਰਾਂਗੇ ਔਰ ਫਿਰ ਉਸੇ ਤਰ੍ਹਾਂ ਵਰਤੋਂ ਵਿੱਚ ਲਿਆਵਾਂਗੇ, ਕਿਉਂਕਿ ਭਾਵੇਂ ਅਸੀਂ ਕਿਸੇ ਇਮਾਰਤਾਂ ਨਾਲ ਨਹੀਂ ਜੁੜੇ, ਪਰ ਫਿਰ ਵੀ ਪੁਰਾਤਨ ਯਾਦਾਂ ਜੇ ਸਾਡੀਆਂ ਕੋਈ ਹੋਣਗੀਆਂ ਉਹਨਾਂ ਨੂੰ ਸਾਂਭ ਲੈਣਾ ਸਾਡਾ ਫਰਜ਼ ਬਣਦਾ ਹੈ। ਇਸ ਕਰਕੇ ਅਸੀਂ ਇਮੀਡੀਏਟ ਉੱਥੋਂ ਕੰਮ ਬੰਦ ਕਰਕੇ ਨਾਲ ਹੀ ਅਸੀਂ ਡਿਪਟੀ ਕਮਿਸ਼ਨਰ ਸਾਹਿਬ ਨੂੰ, ਪੂਰੇ ਪ੍ਰਸ਼ਾਸਨ ਨੂੰ ਕਿਹਾ ਔਰ ਚੰਡੀਗੜ੍ਹ ਉਹਨਾਂ ਨੇ ਮੈਸੇਜ ਦਿੱਤਾ ਹੋਇਆ, ਉਹ ਡਿਪਾਰਟਮੈਂਟ ਦੇ ਆਣਗੇ, ਉਹ ਪੁਰਾਤਨਤਾ ਦੀ ਦੇਖਣਗੇ ਵੀ ਹੈ ਕੀ ਹੈ, ਕਿਹੜੀ ਬਿਲਡਿੰਗ ਹੈ, ਆਇਆ ਇਹ ਸਾਡੇ ਨਾਲ ਇਸ ਅਦਾਰੇ ਨਾਲ ਸੰਬੰਧਿਤ ਹੈ ਕਿ ਬਾਹਰਲੀ ਕੋਈ ਬਿਲਡਿੰਗ ਹੈ, ਉਹ ਸਾਰਾ ਕੁਝ ਦੇਖ ਕੇ ਉਹਦੀ ਪੜਤਾਲ ਕੀਤੀ ਜਾਏਗੀ। ਉਧਰ ਬੀਤੇ ਦਿਨੀ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਵਸ ਦੇ ਮੌਕੇ ਦੇ ਉੱਤੇ ਪੂਰੇ ਮੁਲਕ ਦੇ ਵਿੱਚ ਉਹਨਾਂ ਦਾ ਸ਼ਹੀਦੀ ਦਿਹਾੜਾ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਗਿਆ। ਉਧਰ ਦੂਜੇ ਪਾਸੇ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਵੀ ਸੰਗਤਾਂ ਦਾ ਵੱਡਾ ਇਕੱਠ ਇਸ ਮੌਕੇ ਦੇ ਉੱਤੇ ਸ਼੍ਰੀ ਦਰਬਾਰ ਸਾਹਿਬ 'ਚ ਨਤਮਸਤਕ ਹੋਣ ਦੇ ਲਈ ਪਹੁੰਚਿਆ। ਇਸ ਮੌਕੇ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਅਖੰਡ ਪਾਠ ਸਾਹਿਬ ਦਾ ਵੀ ਭੋਗ ਪਾਇਆ ਗਿਆ ਤੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ। ਅੱਜ ਸਿੱਖ ਪੰਥ ਦੇ ਮਹਾਨ ਸ਼ਹੀਦ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਉਣ ਵਾਲੇ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਵਾਲਾ ਦਿਨ, ਉਹਨਾਂ ਦੀ ਸ਼ਹੀਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਧਰਮ ਪ੍ਰਚਾਰ ਕਮੇਟੀ ਵੱਲੋਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬੜੀ ਸ਼ਰਧਾ ਤੇ ਭਾਵਨਾ ਸਹਿਤ ਮਨਾਇਆ ਜਾ ਰਿਹਾ ਹੈ। ਪਰਸੋਂ ਰੋਜ਼ ਤੋਂ ਧੁਰ ਕੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ, ਅੱਜ ਸੰਪੂਰਨ ਭੋਗ ਪਏ ਹਨ। ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਕੀਰਤਨੀਏ ਭਾਈ ਜਗਦੀਪ ਸਿੰਘ ਜੀ, ਤਿਨਾਂ ਦੇ ਕੀਰਤਨੀ ਜਥੇ ਨੇ ਅੰਮ੍ਰਿਤ ਬਾਣੀ ਗੁਰਬਾਣੀ ਦੁਆਰਾ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਹੈ। ਸੋ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਉਸ ਵੇਲੇ ਹੋਈ ਜਦੋਂ ਸਿੱਖਾਂ 'ਤੇ ਐਸਾ ਸਮਾਂ ਸੀ ਜੋ ਪੰਥ ਖਾਤਰ ਅਤੇ ਕੌਮ ਦੀ ਖਾਤਰ, ਆਜ਼ਾਦੀ ਦੀ ਖਾਤਰ ਜੂਝ ਰਹੇ ਸਨ। ਉਹਨਾਂ ਨੂੰ ਪ੍ਰਸ਼ਾਦਾ ਛਕਾਉਣ ਵਾਸਤੇ ਭਾਈ ਤਾਰੂ ਸਿੰਘ ਜੀ ਨੇ ਜਾਣਾ। ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਲਈ ਇੰਨਾ ਹੀ। ਫਿਰ ਮੁੜ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਅਪਡੇਟਸ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ।